लें जी। मैं काफ़ी पिछले 5-7 मिनट से बड़ा परेशान था। अचानक मेरी नज़र पड़ी है बाबा जी पर। बुज़ुर्ग हैं, एक तकरीबन 65 से 70 साल के करीब एज होगी। बीआरबी नहर में जो बोतलें पानी में आ रही हैं, ये तैरती हुई एक बोतल आपको नज़र आ रही है, गालबन ड्यू की बोतल है। तो जब ये वो आयरन ब्रिज के पास पहुंचेगी तो बाबा जी इसे खतरनाक अंदाज से पकड़ेंगे। और उन्होंने ढेर लगाया हुआ है बोतलें पकड़ के, ये देखिएगा। ये पकड़ ली। तो पहले इन्होंने एक दो बार ऐसे किया तो मैं बड़ा परेशान हुआ। तो अचानक मेरी नजर ये एक और पकड़ ली जी। ये उन्होंने खाली पॉलिथीन बैग है, छोड़ दिया है इसे। तो जब गौर मैंने किया तो सामने किनारे पे भी ये मैं आपको दिखाता हूँ, ये बोतलों का ढेर लगा हुआ है सामने। तो अब ये बाबा जी यहाँ से बोतलें पकड़ते हैं, तो किनारे के दूसरे साइड पे जहाँ इन्होंने अपना गोदाम बनाया हुआ है, डिपो है जो, वहाँ अपने वेयर हाउस लेके जा रहे हैं। सुहेल भाई भी मुझे हंसा रहे हैं जी। जी, अभी मैंने एक वीडियो बनाई है, तो बुज़ुर्ग बोतल पकड़ रहे थे बीआरबी नहर से। तो आइए चलिए उनसे गुफ्तगू करते हैं, बाकी मालूमात उनसे लेते हैं। अस्सलाम वालेकुम बाबा जी। वालेकुम सलाम जी। क्या हाल है बाबा जी? ठीक, शुक्र है मालिक दी याद दा जी। की नाम बाबा जी? मोहम्मद मंजूर हुसैन जी। मोहम्मद मंजूर हुसैन। हाँ जी। बाबा मंजूर, कितनी उम्र है अपनी? अपने आप 55 साल। 55 साल उम्र है, माशाल्लाह। कितने रहंदे जे? पीरां दा वाड़े रहने, भट्ठी पिंड तो पीरां दा वाड़ा लैना उत्ते रहने आ। ਤੁਹਾਨੂੰ ਪਤਾ ਹੈ बीआरबी नहर कितनी डूंगी है इथों? हाँ ये इत्थे है कोई 22 फुट है डूंगी इत्थे नहर है BRB नहर जेहड़ी है। ਤੇ ਤੁਹਾਡੀ ਜਾਂ ਮੇਰੀ ਉਮਰ ਦਾ ਬੰਦਾ ਡਿੱਗੇ ਤੇ ਵੱਜ ਜਾਏਗਾ? देखो जी बच तो नहीं सकता जे तारू वेखने 50-50 साल ਦੇ ਵੀ ਨਹਾਉਂਦੇ ਵੀ ਇਧਰ ਹੈ ਜੇ ਤਰਦੇ ਵੇ ਤੇ ਆਪਣੇ ਆਪ ਨੂੰ ਤਰਨਾ ਕੋਈ ਵੀ ਨਹੀਂ ਆਉਂਦਾ ਹੈ ਤੇ ਨਾ ਹੀ ਡਰ ਦੇ ਵਿੱਚ ਵੜਨਾ ਹੀ ਆ ਵਾ ਤੇ ਕਿਨਾਰੇ ਤੇ ਖਲੋ ਗਈ ਉਸ ਐਸਾ ਕਰਕੇ ਬੋਤਲ ਫੜ ਲਈਦੀ ਹੈ ਵੇ ਹੈ ਅੱਗੇ ਜਾਣ ਦੀ ਹਿੰਮਤ ਕੋਈ ਨਹੀਂ ਹੁੰਦੀ ਹੈ। ਤੁਹਾਨੂੰ ਵੀ ਨਹੀਂ ਜਾਚ ਮਹਾਰਤ ਤੇ ਮੈਨੂੰ ਵੀ ਨਹੀਂ ਮਹਾਰਤ। ਮੈਂ ਡਿੱਗ ਪਵਾਂ ਤੇ ਮੈਂ ਵੀ ਗਿਆ, ਤੁਸੀਂ ਵੀ ਡਿੱਗ ਪਏ ਤੇ ਤੁਸੀਂ ਵੀ ਗਏ। ਹਾਂਜੀ ਇਹ ਅੱਲਾ ਬਿਹਤਰ ਜਾਣਦਾ। ਮਗਰ ਇਹ ਐਡਾ ਖਤਰਨਾਕ ਕੰਮ, ਪਾਣੀ ਦੇ ਵਿੱਚ ਨੀਵੇਂ ਹੋ ਕੇ ਤੁਸੀਂ ਬੋਤਲ ਫੜਦੇ ਜੇ, ਇਹ ਕਦੋਂ ਤੋਂ ਕੰਮ ਕਰ ਰਹੇ ਜੇ? ਇਹ ਤੇ 2 ਸਾਲ ਹੋ ਚੱਲੇ ਵੇ ਹੈ ਜਦੋਂ ਮੈਂ ਇੱਧਰ ਆਇਆ ਤਾਜਪੁਰ ਮੈਂ ਇੱਧਰ ਆਇਆ ਵਾਂ ਤੇ ਇੱਧਰ ਫਿਰ ਮੈਂ ਇੱਥੇ ਖਲੋਤਾ ਤੇ ਕੋਲ ਦੇ ਗੁਆਂਢੀਆਂ ਜਿਹੜੇ ਡਰਫਮੈਨ ਇਹਦੇ ਜੇ ਥੱਲੇ ਉੱਤੇ ਕਰਦੇ ਆ ਇਹਨਾਂ ਕਿ ਬਾਬਾ ਚੱਲ ਤੇਰੀ ਮੇਰ ਇੱਥੇ ਖਲੋ ਜਾਇਆ ਕਰਾ ਕਰ, ਆਪਣੀ ਰੋਜੀ ਕਮਾ ਲਿਆ ਕਰਾ ਕਰ। ਤੇ ਮੈਨੂੰ 2 ਸਾਲ ਹੋ ਚਲੇ ਇੱਧਰ ਹੀ ਮੈਂ ਨਾ ਖਲੋ ਕੇ ਬੋਤਲਾਂ ਸ਼ੋਤਲਾਂ ਫੜ ਕੇ ਮੈਂ ਆਪਣਾ ਲਗਾ ਦਾ ਆਪਣਾ ਗੁਜ਼ਾਰਾ ਕਰ ਲੈਤਾ। ਇਹ ਅੱਛਾ, ਉਹਨਾਂ ਦੱਸਿਆ ਤੁਹਾਡੇ ਜ਼ਿਹਨ ਚ ਆਇਆ ਕਿ ਹੋਰ ਕਿਸੇ ਨੇ ਖੁਲੀਆ ਪਾਇਆ ਤੁਹਾਡੇ ਜ਼ਿਹਨ ਨਹੀਂ ਚ? ਇਹ ਤਾਂ ਸਾਡਾ ਪਿਓ ਦਾਦੇ ਦਾ ਕੰਮ ਇਹਦੇ ਰੂੜੀਆਂ ਫਿਰਨੀਆਂ ਦਗਾਸ ਮੇਰੀ ਹੈ ਬੋਤਲਾਂ ਸ਼ੋਤਲਾਂ ਇਕੱਠੀਆਂ ਕਰਨੀਆਂ, ਪਲਾਸਟਿਕ ਇਕੱਠਾ ਕਰਨਾ, ਗੱਤਾ ਇਕੱਠਾ ਕਰਨਾ ਹੈ ਇਹ ਸਾਡਾ ਸ਼ੁਰੂ ਤੋਂ ਲਾ ਕੇ ਕਾਰੋਬਾਰ ਹੈ। ਚਲੋ ਇਹ ਤੇ ਤੁਹਾਡਾ ਖਾਨਦਾਨੀ ਕੰਮ ਹੋ ਗਿਆ ਨਾ। ਇਹ ਨਹਿਰ ਦੇ ਵਿੱਚੋਂ ਫੜਨ ਦਾ ਤੁਹਾਨੂੰ ਕਿਹਨੇ ਦੱਸਿਆ? ਕਿਵੇਂ ਜ਼ਿਹਨ ਚ ਆਇਆ? ਮੈਂ ਤੇ ਹੈਰਾਨ ਹੋ ਗਿਆ ਤੁਹਾਨੂੰ ਵੇਖ ਕੇ। ਨਹੀਂ ਉਹ ਵੇਖੋ ਜੀ ਜੋ ਇੱਕ ਰੋਜੀ ਕਮਾਣੀ ਹੈ ਐਵੇਂ ਹੈ ਇੱਕ ਪਤਾ ਲੱਗੇ ਥੋੜ ਕੇ ਚੀਜ਼ ਫੜ ਲੈਣੀ ਹੈ ਐਵੇਂ ਹੈ ਸੌਖੀ ਫੜ ਲੈਣੀ ਹੈ ਤਾਂ ਫਿਰ ਤਜਰਬਾ ਤਾਂ ਕਿਸੇ ਨੂੰ ਦੱਸੇ ਆਪਣੇ ਆਪ ਫਿਰ ਜਿਹੜਾ ਕੰਮ ਹੁੰਦਾ ਹੋ ਜਾਂਦਾ ਐਵੇਂ ਹੈ ਜੋ ਕਰਨਾ ਵੈਸੇ ਇਨਸਾਨ ਨੇ ਹੈ। ਪੇਟ ਦੀ ਖਾਤਰ ਤੁਸੀਂ ਕਹਿੰਦੇ ਕਰਨਾ ਪੈਂਦਾ। ਹਾਂਜੀ ਪੇਟ ਦੀ ਖਾਤਰ ਸਭ ਕੁਝ ਹੀ ਕਰਨਾ ਪੈਂਦਾ ਹੈ, ਜਿਵੇਂ ਖਲੋਣਾ ਪੈਂਦਾ, ਧੁੱਪ ਹੋਵੇ ਗਰਮੀ ਤੇ ਖਲੋਣਾ ਹੀ ਪੈਂਦਾ ਹੈ। ਤੁਸੀਂ ਇਹ ਦੱਸੋ ਕਿ 2 ਸਾਲਾਂ 'ਚ ਜ਼ਿਆਦਾ ਤੋਂ ਜ਼ਿਆਦਾ ਇੱਥੇ ਕਿੰਨੇ ਦੀ ਦਿਹਾੜੀ ਲਾਈ ਤੁਹਾਂ? ਦੇਖੋ ਜੀ ਕਿਸੇ ਟਾਈਮ 1000 ਦੀ ਵੀ ਲੱਗ ਜਾਂਦੀ, ਕਿਸੇ ਟਾਈਮ 1200 ਦੀ ਵੀ ਲੱਗ ਜਾਂਦੀ ਹੈ, ਜੇ ਕੋਈ ਮਾਲ ਜ਼ਿਆਦਾ ਹੈ ਕਿਸੇ ਟਾਈਮ 200-300 ਦੀ ਵੀ ਲੱਗ ਜਾਂਦੀ ਹੈ। ਫਿਰ ਵੀ ਸ਼ੁਕਰ ਅਲਹਮਦੁਲਿਲਾ ਕਰਕੇ ਇੱਥੇ ਆਉਣਾ ਹੀ ਹੁੰਦਾ ਹੈ ਵੇ। ਇਸ ਕੰਮ ਦੇ ਵਿੱਚ ਕਦੀ ਇਨਕਮ ਟੈਕਸ ਵਾਲੇ ਵੀ ਪਏ ਨੇ ਤੁਹਾਡੇ ਕੋਲ? ਕਿਸੇ ਨੇ ਟੈਕਸ ਲਿਆ ਹੋਵੇ ਕਿ ਦਿਓ ਟੈਕਸ ਦਿਓ ਭਾਜੀ, ਹੁਕੂਮਤ ਨੂੰ ਇੰਨਾ ਮਾਲ ਇਕੱਠਾ ਕਰਦੇ ਜੇ? ਨਹੀਂ ਨਹੀਂ ਸਾਡੇ ਕੋਲ ਕੋਈ ਟੈਕਸ ਨਹੀਂ ਲੈਂਦੇ ਹੁਕੂਮਤ ਵਾਲੇ। ਅੱਛਾ ਜੀ, ਹਾਂਜੀ ਟੈਕਸ ਕੋਈ ਨਹੀਂਗਾ? ਨਹੀਂ ਟੈਕਸ ਇੱਥੇ ਸਾਡੇ ਕੋਲ ਨਹੀਂ ਹੈ। ਫ੍ਰੀ ਫੰਡ 'ਚ ਤੁਸੀਂ ਕਾਰੋਬਾਰ ਕਰ ਰਹੇ ਹੋ? ਇਹ ਮਤਲਬ ਰੂੜੀਆਂ ਹੀ ਫਿਰਨੇ ਫ੍ਰੀ ਫੰਡ ਇਹ ਤਾਂ ਕਾਹਦਾ ਟੈਕਸ ਹੈ ਕੋਈ ਹੈ ਨਾ ਸਾਨੂੰ ਕੋਈ ਪੁੱਛਦਾ ਨਾ ਸਾਨੂੰ ਕੋਈ ਕਹਿੰਦਾ ਸੀ ਰੂੜੀਆਂ ਛੁੜੀਆਂ ਫਿਰ ਕੇ ਜਿੱਥੋਂ ਮਰਜ਼ੀ ਬੋਤਲ ਫੜ ਲਈ, ਸਾਨੂੰ ਕੋਈ ਜਗ੍ਹਾ ਤੇ ਇੱਥੇ ਟੈਕਸ ਕੋਈ ਨਹੀਂ ਹੈ। ਥੱਕ ਜਾਓ ਤਾਂ ਕਦੀ ਲੱਤਾਂ ਲਮਕਾ ਕੇ ਬੈਠੇ ਜੇ ਠੰਡੇ ਪਾਣੀ 'ਚ? ਨਹੀਂ ਇੱਕ ਮੈਂ ਲੱਤਾਂ ਜਲਦੀ ਲਮਕਾਉਂਦੇ ਨਹੀਂ ਆ। ਕਿਸੇ ਟਾਈਮ ਮੈਂ ਕੋਈ ਬਾਈ ਚਾਂਸ ਕੋਈ ਧੁੱਪ ਜ਼ਿਆਦੀ ਹੋ ਤਾਂ ਕੋਈ 2 ਮਿੰਟ ਅਸਾਂ ਲੱਤਾਂ ਲਮਕਾ ਕੇ ਬਹਿ ਜਾਵਾਂ, ਨਹੀਂ ਤਾਂ ਮੈਂ ਨਹੀਂ ਬਹਿੰਦਾ ਐਸਾ ਫਿਰਦਿਆਂ ਟੁਰਦੇ ਹੀ ਰਹਿਣਾ ਹੈ। ਚਲੋ ਬਾਬਾ ਜੀ ਧਿਆਨ ਨਾਲ। ਅੱਜ ਕੱਲ ਤੇ ਏਡਾ ਜਦੀਦ ਦੌਰ ਹੈ, ਪੈਸੇ ਲੁੱਟਣ ਵਾਲਿਆਂ ਨੇ ਢਾਂਗੇ ਬਣਾਏ ਨੇ। ਉਹ ਦੱਥੀ ਤਾਂ ਸੁੱਟਦੇ ਤੋਂ 10 ਫੁੱਟ ਉੱਤੋਂ ਹੀ ਪੈਸੇ ਫੜ ਲੈਂਦਾ। ਤੁਸੀਂ ਵੀ ਇਦਾਂ ਦਾ ਕੋਈ ਨਿੱਘਾ ਜਿਹਾ ਢਾਂਗਾ ਬਣਾ ਲਓ, ਤੁਹਾਡੀ ਮਿਹਰਬਾਨੀ। ਉਹਦੇ ਅੱਗੇ ਕੋਈ ਕੁੰਡੀ ਲਾ ਲਓ, ਐ ਨੀਵੇਂ ਹੋ ਕੇ ਨਾ ਫੜਿਆ ਕਰੋ। ਜ਼ਿੰਦਗੀ ਬਹੁਤ ਪਿਆਰੀ, ਤੁਹਾਡੀ ਮਿਹਰਬਾਨੀ। ਜਿਨ੍ਹਾਂ ਦੀ ਖਾਤਰ ਤੁਸੀਂ ਇਹ ਕਰਦੇ ਜੇ ਉਹਨਾਂ ਹੀ ਬਾਅਦ 'ਚ ਫਿਰ ਪਰੇਸ਼ਾਨ ਹੋਣਾ ਅਗਰ ਤੁਹਾਨੂੰ ਕੋਈ ਤਕਲੀਫ ਹੋਏਗੀ ਤੇ।
ਨਹੀਂ ਦੇਖੋ ਇਸ ਕੰਮ ਇਹ ਜੇ ਢਾਂਗੇ ਨਾਲ ਕੋਈ ਅੱਗੇ ਛਾ ਲਾਈਏ ਨਾ ਤਾਂ ਉਹਦੀ ਅਸਾ ਕਰਕੇ ਰੋਡ ਪੈਂਦੀ ਖਿੱਚ ਪੈਂਦੀ ਹੈ ਵੀ ਹੈ ਉਹ ਫਿਰ ਆਪਣੇ ਆਪ ਨੂੰ ਝਟਕਾ ਲੱਗਦਾ ਹੈ ਇਸ ਲਈ ਫਿਰ ਇਸ ਲਈ ਨੂੰ ਫੜਨਾ ਪੈਂਦਾ ਹੈ ਵੀ ਬਿਲਕੁਲ ਠੀਕ ਹੋ ਗਿਆ ਬਾਬਾ ਮਨਜ਼ੂਰ, ਇਹ ਤੇ ਸਾਡਾ ਜ਼ੇਨ ਸੀ, ਮਗਰ ਤੁਹਾਡਾ ਕੰਮ ਹੈ, ਤੁਸੀਂ ਬਿਹਤਰ ਜਾਣਦੇ ਜੇ ਕਿ ਢਾਂਗੇ ਦਾ ਨੁਕਸਾਨ ਹੈ। ਹਾਂ ਇਹ ਢਾਂਗੇ ਨਾਲ ਨੁਕਸਾਨ ਹੁੰਦਾ ਹੈ। ਉਹਦੀ ਜੋ ਪਾਣੀ ਰੋਡ ਹੁੰਦੀ ਹੈ ਉਹ ਢਾਂਗਾ ਫਿਰ ਅੰਦਰ ਵਾਰ ਨੂੰ ਜਾਂਦਾ ਜਦੋਂ ਰੋਡ ਹੁੰਦੀ ਹੈ ਹੈਂ ਤੇ ਅਸਾਂ ਹੱਥ ਨਾਲ ਫੜਨੇ ਦੇ ਉੱਤੇ ਚੀਜ਼ ਫੜ ਲਈਦੀ ਹੈ ਵੀ। ਚਲੋ ਬਾਬਾ ਮਨਜ਼ੂਰ, ਧਿਆਨ ਨਾਲ, ਸਾਡੀ ਦੁਆ ਹੈ ਤੁਹਾਡੇ ਇਸ ਬਿਜ਼ਨਸ 'ਚ ਬਹੁਤੀ ਤੋਂ ਬਹੁਤੀ ਤਰੱਕੀ ਹੋਵੇ, ਬਹੁਤੀਆਂ ਬੋਤਲਾਂ ਰੁੜ ਕੇ ਆਉਣ, ਜਿੱਥੇ 10 ਆਉਂਦੀਆਂ ਉੱਥੇ 1000 ਆਉਣ, ਕਿ ਕੰਮ ਚੱਲੇ, ਤੁਸੀਂ ਹੱਸਦੇ ਵਸਦੇ ਰਹੋ, ਮੁੜ ਤੋਂ ਜਵਾਨ ਹੋਇਓ। ਅੱਛਾ ਜੀ, ਅੱਲਾ ਖੈਰ ਕਰੇ ਮਾਲਕ ਜੀ। ਲਓ ਜੀ, ਬਾਬੇ ਮਨਜ਼ੂਰ ਦੀ ਤੁਸੀਂ ਗੁਫ਼ਤਗੂ ਸੁਣੀ, ਅਸੀਂ ਉਹਨਾਂ ਨੂੰ ਢਾਂਗੇ ਦਾ ਮਸ਼ਵਰਾ ਦਿੱਤਾ, ਉਹ ਕਹਿੰਦੇ ਜੀ ਢਾਂਗਾ ਤੇ ਰੋਡ ਪਾਉਂਦਾ, ਲਾਰਾ ਦਿੰਦਾ, ਤੇ ਲਿਹਾਜ਼ਾ ਹੱਥ ਨਾਲ ਹੀ ਅਸੀਂ ਫੜਨੀ ਬੋਤਲ। ਜਿਨ੍ਹਾਂ ਦਾ ਕੰਮ ਹੈ, ਜਿਨ੍ਹਾਂ ਦਾ ਤਜਰਬਾ, ਉਹ ਬਿਹਤਰ ਜਾਣਦੇ ਨੇ। ਤੇ ਆਪਣੇ ਹੋਸਟ ਅਬਦੁਲ ਵਾਹਦ ਖਾਨ ਨੂੰ ਸਾਥੀ ਦੋਸਤ ਮੁਹੰਮਦ ਸੁਹੇਲ ਚੁਰਾਈ ਦੇ ਨਾਲ BRB ਨਹਿਰ ਡਰਾਫਾਂ ਤੋਂ ਇਜਾਜ਼ਤ ਦਿਓ। ਰੱਬ ਰੱਖ।